Hello plus 2 class. Continuing with the same chapter rural development. Today I am going to start second challenge, that is emerging challenges of rural development. Emerging, already I have discussed with you that emerging challenges are those challenges which are recently come across the country. First we are having diversification of production activity under this. What is a diversification of production activity? ਜਦੋਂ ਅਸੀਂ ਅਦਰ ਦਿਨ ਦਾ ਫਾਰਮ ਕ੍ਰੋਪਿੰਗ ਸਾਡੇ ਕੋਲੇ ਕ੍ਰੋਪ ਫਾਰਮਿੰਗ ਜਦੋਂ ਅਸੀਂ ਉਹ ਕਰਦੇ ਆਂਗੇ ਕੋਈ ਵੀ ਹੋਰ ਆਪਸ਼ਨ ਸਸਟੇਨੇਬਲ ਲਿਵਲੀਹੁੱਡ ਮੀਨਸ ਕਿ ਆਉਣ ਵਾਲੀਆਂ ਜਨਰੇਸ਼ਨਸ ਦੇ ਲਈ ਵੀ ਅਸੀਂ ਆਪਣੇ ਰਿਸੋਰਸਿਸ ਨੂੰ ਜਦੋਂ ਬਚਾ ਕੇ ਆਪਣੀ ਲਿਵਲੀਹੁੱਡ ਅਰਨ ਕਰਦੇ ਆਂਗੇ ਦੈਟ ਇਜ਼ ਨੋਨ ਐਜ਼ ਅ ਸਸਟੇਨੇਬਲ ਲਿਵਲੀਹੁੱਡ ਸਾਡਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਫਸਟ ਵੀ ਆਰ ਹੈਵਿੰਗ ਐਨੀਮਲ ਹਸਬੈਂਡਰੀ ਅੰਡਰ ਦਿਸ। ਐਨੀਮਲ ਹਸਬੈਂਡਰੀ ਇਟ ਇਜ਼ ਆਲਸੋ ਕਾਲਡ ਲਾਈਵ ਸਟਾਕ ਫਾਰਮਿੰਗ। ਅਦਰ ਦੈਨ ਦਾ ਕ੍ਰੋਪ ਫਾਰਮਿੰਗ ਸਾਡੇ ਕੋਲ ਜਦੋਂ ਅਸੀਂ ਫਾਰਮਿੰਗ ਕਰਦੇ ਹਾਂ ਐਨੀਮਲਸ ਨੂੰ ਲਾਈਕ ਪੋਲਟਰੀ, ਕੈਟਲ, ਗੋਟ, ਸ਼ੀਪ, ਸਾਡੇ ਕੋਲ ਬਹੁਤ ਸਾਰੇ ਇੱਦਾਂ ਦੇ ਇੰਪੋਰਟੈਂਟ ਕੰਪੋਨੈਂਟਸ ਆਉਂਦੇ ਆ ਲਾਈਵ ਸਟਾਕ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਕੰਸੀਡਰ ਕਰਦੇ ਹਾਂ ਐਂਡ ਦਿਸ ਇਜ਼ ਕਾਲਡ ਲਾਈਵ ਸਟਾਕ ਫਾਰਮਿੰਗ। ਐਨੀਮਲ ਹਸਬੈਂਡਰੀ ਹੈ ਜਿਹੜੀ ਜਦੋਂ ਅਸੀਂ ਐਗਰੀਕਲਚਰ ਦੇ ਨਾਲ ਉਹ ਕਰਦੇ ਆਂਗੇ ਲਾਈਵ ਸਟਾਕ ਫਾਰਮਿੰਗ ਨੂੰ ਕੰਬਾਈਨ ਕਰਕੇ ਕੀਤਾ ਜਾਂਦਾ ਹੈ ਕ੍ਰੋਪ ਫਾਰਮਿੰਗ ਦੇ ਨਾਲ ਬਿਕੋਜ਼ ਰੂਰਲ ਬੇਸਡ ਜਿਹੜੀਆਂ ਇਕੋਨਮੀਜ਼ ਹੁੰਦੀਆਂ ਗੀਆਂ ਉਹਨਾਂ ਦੇ ਲਈ ਇਹ ਸਪਲੀਮੈਂਟਰੀ ਇਨਕਮ ਦਾ ਸੋਰਸ ਆਉਂਦਾ ਹੈ। ਇਹਨੂੰ ਅਸੀਂ ਮਿਕਸਡ ਕ੍ਰੋਪਸ ਲਾਈਵ ਸਟਾਕ ਫਾਰਮਿੰਗ ਸਿਸਟਮ ਵੀ ਬੋਲਦੇ ਹਾਂ। ਮਿਕਸਡ ਮੀਨਸ ਕਿਉਂਕਿ ਲਾਈਵ ਸਟਾਕ ਵੀ ਅਸੀਂ ਕਰ ਰਹੇ ਹਾਂ ਕ੍ਰੋਪ ਫਾਰਮਿੰਗ ਵੀ ਕਰ ਰਹੇ ਹਾਂ, ਅਸੀਂ ਦੋਨੋਂ ਹੀ ਫਾਰਮਿੰਗ ਕਰ ਰਹੇ ਹਾਂ। ਦੈਟਸ ਵਾਈ ਦਿਸ ਇਜ਼ ਕਾਲਡ ਮਿਕਸਡ ਕ੍ਰੋਪ ਲਾਈਵ ਸਟਾਕ ਫਾਰਮਿੰਗ ਸਿਸਟਮ। ਅੰਡਰ ਦਿਸ ਸਿਸਟਮ ਪੋਲਟਰੀ ਹੈ ਜਿਹੜਾ ਸਾਡੇ ਕੋਲ 58% ਕੰਟਰੀਬਿਊਟ ਕਰਦਾ ਹੈ, ਕੈਟਲ 24% ਐਂਡ ਸ਼ੀਪ 16% ਦੇ ਨੀਅਰਲੀ ਸਾਡੇ ਕੋਲ ਲਾਈਵ ਸਟਾਕ ਦੇ ਵਿੱਚ ਉਹ ਕਰਦਾ ਹੈ। ਮਿਕਸਡ ਕ੍ਰੋਪ ਫਾਰਮਿੰਗ ਦੇ ਵਿੱਚ ਜਦੋਂ ਅਸੀਂ ਉਹ ਕਰਦੇ ਹਾਂ ਤਾਂ ਸਾਡੇ ਕੋਲ ਜ਼ਿਆਦਾਤਰ ਇਹ ਵਾਲੀ ਐਰਿਡ ਇਰੀਗੇਟਡ ਏਰੀਆਜ਼ ਟੂ ਸੈਮੀ ਐਰਿਡ ਐਂਡ ਐਰਿਡ ਏਰੀਆਜ਼ ਦੇ ਵਿੱਚ ਆਪਣੀ ਜਿਹੜੀ ਕੰਟਰੀਬਿਊਸ਼ਨ ਉਹ ਇਨਕਰੀਜ਼ ਹੁੰਦੀ ਜਾਂਦੀ ਹੈ। ਇਰੀਗੇਟਡ ਏਰੀਆਜ਼ ਉਹ ਵਾਲੇ ਏਰੀਆਜ਼ ਜਿੱਥੇ ਇਰੀਗੇਸ਼ਨ ਫੈਸਿਲਿਟੀਜ਼ ਅਵੇਲੇਬਲ ਹੈ ਬਿਕੋਜ਼ ਉੱਥੇ ਕ੍ਰੋਪ ਫਾਰਮਿੰਗ ਬਹੁਤ ਗੁੱਡ ਹੁੰਦੀ ਹੈ ਤਾਂ ਉੱਥੇ ਲਾਈਵ ਸਟਾਕ ਫਾਰਮਿੰਗ ਹੈ ਜਿਹੜੀ ਉਹਦੇ 'ਤੇ ਉਹਨਾਂ ਸਟ੍ਰੈਸ ਨਹੀਂ ਕੀਤਾ ਜਾਂਦਾ। ਬਟ ਇਫ ਵੀ ਆਰ ਮੂਵਿੰਗ ਟੂਵਰਡ ਦ ਸੈਮੀ ਐਰਿਡ ਐਂਡ ਐਰਿਡ ਏਰੀਆਜ਼ ਜਿੱਥੇ ਲਾਈਵ ਸਟਾਕ ਫਾਰਮਿੰਗ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਬਿਕੋਜ਼ ਉੱਥੇ ਕ੍ਰੋਪ ਫਾਰਮਿੰਗ ਘੱਟ ਹੁੰਦੀ ਹੈਗੀ ਤਾਂ ਇਸੇ ਕਰਕੇ ਜਿਵੇਂ ਜਿਵੇਂ ਅਸੀਂ ਕ੍ਰੋਪ ਫਾਰਮਿੰਗ ਵੱਲ ਨੂੰ ਘੱਟਦੇ ਜਾਂਦੇ ਹਾਂ ਤਾਂ ਸਾਡੀ ਲਾਈਵ ਸਟਾਕ ਫਾਰਮਿੰਗ ਵੱਧਦੀ ਜਾਂਦੀ ਹੈ। ਨੈਕਸਟ ਜ਼ਿਆਦਾਤਰ ਜਿਹੜੀਆਂ ਵੂਮੈਨ ਆਪਣੀ ਸਪਲੀਮੈਂਟਰੀ ਇਨਕਮ ਦੇ ਲਈ ਇਹਦੇ ਵਿੱਚ ਇੰਗੇਜਡ ਹੈਗੀਆਂ। ਨੀਅਰਲੀ ਸਾਡੇ ਕੋਲ 70 ਲੱਖ ਸਮੋਲ ਐਂਡ ਮਾਰਜਨਲ ਫਾਰਮਰਸ ਕੰਟਰੀ ਸਾਈਡ ਮੀਨਸ ਰੂਰਲ ਏਰੀਆਜ਼ ਦੇ ਵਿੱਚ ਇੱਥੇ ਉਹ ਕਰਦੇ ਇੰਗੇਜਡ ਹੈ। ਲਾਸਟ 3 ਡੈਕੇਡਸ ਦੇ ਵਿੱਚ ਜਿਹੜੀ ਸਾਡੀ ਫਾਰਮਿੰਗ ਹੈ ਡੇਅਰੀ ਫਾਰਮਿੰਗ ਜਿਹਨੂੰ ਅਸੀਂ ਕਹਿੰਦੇ ਹਾਂ ਬਹੁਤ ਇਨਕਰੀਜ਼ ਹੋਈ ਹੈ ਬਿਕੋਜ਼ ਮਿਲਕ ਕੋਆਪਰੇਟਿਵਸ ਦੇ ਨਾਲ ਲਾਈਕ ਅਸੀਂ ਮਿਲਕ ਕੋਆਪਰੇਟਿਵ ਵਾਈਟ ਰੈਵੋਲਿਊਸ਼ਨ ਦੀ ਗੱਲ ਕਰਦੇ ਹੈਗੇ ਦੈਟ ਇਜ਼ ਆਲਸੋ ਨੋਨ ਐਜ਼ ਆਪਰੇਸ਼ਨ ਫਲੱਡ ਮੀਨਸ ਮਿਲਕ ਕੋਆਪਰੇਟਿਵਸ ਦੇ ਕਰਕੇ ਸਾਡੀ ਜਿਹੜੀ ਇਨਕਮ ਹੈ ਉਹਦੇ ਵਿੱਚ ਸਡਨ ਚੇਂਜ ਆਈ ਹੈ। ਮਿਲਕ ਕੋਆਪਰੇਟਿਵਸ ਵਰ ਲਾਂਚਡ ਇਨ 1966 ਉਹਨਾਂ ਨੂੰ ਅਸੀਂ ਵਾਈਟ ਰੈਵੋਲਿਊਸ਼ਨ ਦੇ ਅੰਡਰ ਕੰਸੀਡਰ ਕਰਦੇ ਹੈਗੇ। ਜ਼ਿਆਦਾਤਰ ਇਹਨਾਂ ਨੂੰ ਗੁਜਰਾਤ ਦੀ ਸਟੇਟ ਦੇ ਵਿੱਚ ਕੀਤਾ ਸੀ ਬਟ ਨਾਓ ਦੇਜ਼ ਆਰ ਅੰਡਰ ਦਾ ਇਨ ਦਾ ਸਟੇਟ ਆਫ ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਰਾਜਸਥਾਨ ਜਿੱਥੇ ਸਾਡੇ ਕੋਲ ਸਭ ਤੋਂ ਜ਼ਿਆਦਾ ਮਿਲਕ ਪ੍ਰੋਡਿਊਸ ਹੁੰਦਾ ਜਿਹੜੀਆਂ ਸਟੇਟਸ ਦੇ ਵਿੱਚ 30% ਫਰੋਮ ਲਾਸਟ 30 ਈਅਰਸ ਸਾਡੇ ਕੋਲ ਮਿਲਕ ਕੋਆਪਰੇਟਿਵਸ ਨੇ ਬਹੁਤ ਹੀ ਵਧੀਆ ਪਰਫੋਰਮੈਂਸ ਆਪਣੀ ਸ਼ੋ ਕੀਤੀ ਹੈ। ਈਵਨ ਦੋ ਸਾਡੇ ਕੋਲ ਗੁਜਰਾਤ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਮਿਲਕ ਪ੍ਰੋਡਿਊਸ ਕੀਤਾ ਜਾਂਦਾ ਹੈ ਦਿਸ ਇਜ਼ ਆਪਰੇਸ਼ਨ ਫਲੱਡ। ਇਹਦੇ ਨਾਲ ਸਾਡੇ ਕੋਲ ਵਾਈਟ ਰੈਵੋਲਿਊਸ਼ਨ ਦੇ ਨਾਲ ਮੀਟ, ਐਗ, ਵੂਲ ਹੈ ਜਿਹੜੇ ਇਹ ਬਾਈ ਪ੍ਰੋਡਕਟਸ ਆ ਜਾਂਦੇ ਹੈਗੇ ਜਿਹੜੇ ਅਸੀਂ ਕ੍ਰੋਪ ਪ੍ਰੋਡਕਸ਼ਨ ਜਾਂ ਅਸੀਂ ਪ੍ਰੋਡਕਟਿਵਿਟੀ ਦੇ ਵਿੱਚ ਡਾਈਵਰਸੀਫਿਕੇਸ਼ਨ ਸਾਡੇ ਕੋਲ ਲੈ ਕੇ ਆਉਂਦੇ ਹੈਗੇ। ਅਗਰ ਅਸੀਂ ਸਾਈਜ਼ ਦੇ ਵਿੱਚ ਦੇਖੀਏ ਤਾਂ ਸਾਡੇ ਕੋਲ ਸਭ ਤੋਂ ਜ਼ਿਆਦਾ ਅਸੀਂ ਲਾਈਵ ਸਟਾਕ ਫਾਰਮਿੰਗ ਕਰਦੇ ਹਾਂ ਬਟ ਫਿਰ ਵੀ ਡਿਵੈਲਪ ਕੰਟਰੀਜ਼ ਤੋਂ ਸਾਡੀ ਜਿਹੜੀ ਪ੍ਰੋਡਕਸ਼ਨ ਹੈ ਦੈਟ ਇਜ਼ ਲੈਸ ਮੀਨਸ ਪ੍ਰੋਡਕਟਿਵਿਟੀ ਘੱਟ ਹੈ ਐਜ਼ ਕੰਪੇਅਰ ਟੂ ਦਾ developed countries. There are two principal problems. First is low productivity because ਸਾਡੇ ਕੋਲ ਸਾਨੂੰ ਇਹੀ ਨਹੀਂ ਪਤਾ ਕਿ ਅਸੀਂ ਕੰਮ ਕਿਸ ਤਰੀਕੇ ਦੇ ਨਾਲ ਕਰਨੇ। ਸੈਕਿੰਡ, ਡੈਫੀਸ਼ੀਐਂਟ ਵੈਟਰਨਰੀ ਕੇਅਰ
ਸਾਡੇ ਕੋਲ ਵੈਟਨਰੀ ਹਸਪੀਟਲਸ ਨਹੀਂ ਹੈਗੇ। ਅਗਰ ਕੋਈ ਪ੍ਰੋਬਲਮ ਹੁੰਦੀ ਹੈਗੀ ਤਾਂ ਅਸੀਂ ਆਪਣੇ ਬਿਹਾਫ ਦੇ ਉੱਤੇ ਉਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਸਾਡੇ ਕੋਲ ਪ੍ਰੋਪਰ ਵੈਟਨਰੀ ਕੇਅਰ ਨਹੀਂ ਹੁੰਦੀ ਕਿ ਅਗਰ ਅਸੀਂ ਇਹਨੂੰ ਉਹ ਕਰਦੇ ਹਾਂ ਤਾਂ ਸਾਡੇ ਕੋਲ ਨਿਊ ਟੈਕਨੋਲੋਜੀਜ਼ ਦੇ ਬੇਸ ਦੇ ਉੱਤੇ ਅਸੀਂ ਪ੍ਰੋਡਕਸ਼ਨ ਨੂੰ ਅਗਰ ਉਹ ਕਰਦੇ ਹਾਂ, ਇਨਕਰੀਜ਼ ਕਰਦੇ ਹਾਂ, ਤਾਂ ਸਾਡੀ ਪ੍ਰੋਡਕਟਿਵਿਟੀ ਰਾਈਜ਼ ਹੋਏਗੀ। ਨੈਕਸਟ ਵੀ ਆਰ ਹੈਵਿੰਗ ਫਿਸ਼ਰੀਜ਼। ਫਿਸ਼ਰੀਜ਼ ਇਨ ਦੀ ਸਟੇਟ ਆਫ ਵੈਸਟ ਬੰਗਾਲ, ਆਂਧਰਾ ਪ੍ਰਦੇਸ਼, ਕੇਰਲਾ, ਮਹਾਰਾਸ਼ਟਰ, ਗੁਜਰਾਤ ਐਂਡ ਤਾਮਿਲਨਾਡੂ ਸਾਡੇ ਕੋਲ ਪ੍ਰਿੰਸੀਪਲ ਸਟੇਟਸ ਆ ਜਾਂਦੀਆਂ, ਬਿਕੋਜ਼ ਉਹਨਾਂ ਦੇ ਕੋਲ ਲਾਈਵ ਸਟਾਕ ਲਿਵਲੀਹੁੱਡ ਦਾ ਇਹੀ ਸੋਰਸ ਹੁੰਦਾ। ਬਟ ਸਾਡੇ ਕੋਲ ਦੋ ਤਰ੍ਹਾਂ ਦੇ ਏਰੀਆਜ਼ ਅਸੀਂ ਇਹਦੇ ਵਿੱਚ ਕੰਸੀਡਰ ਕਰਦੇ ਹਾਂਗੇ, ਮੈਰੀਨ ਸੋਰਸਿਸ ਐਂਡ ਸਾਡੇ ਕੋਲ ਇਨਲੈਂਡ ਸੋਰਸਿਸ। ਇਨਲੈਂਡ ਸੋਰਸਿਸ ਦੇ ਵਿੱਚ ਸਾਡੇ ਕੋਲ ਜ਼ਿਆਦਾਤਰ ਆ ਜਾਂਦੇ ਹੈਗੇ ਲਾਈਕ ਅਸੀਂ ਰਿਵਰਸ, ਲੇਕਸ, ਪੌਂਡਸ ਅਤੇ ਸਟਰੀਮਸ ਆ ਜਿਹੜੇ ਉਹਨਾਂ ਨੂੰ ਇਨਲੈਂਡ ਸੋਰਸਿਸ ਦੇ ਵਿੱਚ ਕੰਸੀਡਰ ਕਰਦੇ ਹਾਂ, ਵੇਅਰ ਐਜ਼ ਮੈਰੀਨ ਸੋਰਸਿਸ ਦੇ ਵਿੱਚ ਸੀਜ਼ ਐਂਡ ਓਸ਼ੀਅਨਸ ਸਾਡੇ ਕੋਲ ਆ ਜਾਂਦੇ। 65% ਹੈ ਜਿਹੜਾ ਅਸੀਂ ਪ੍ਰੋਡਕਸ਼ਨ ਕਰਦੇ ਹਾਂ ਦੈਟ ਇਜ਼ ਫਰੋਮ ਇਨਲੈਂਡ ਸੋਰਸਿਸ ਐਂਡ ਮੈਰੀਨ ਸੋਰਸਿਸ ਤੋਂ ਸਾਡੇ ਕੋਲ 35% ਹੈ ਜਿਹੜੀ ਮੈਰੀਨ ਸੋਰਸਿਸ ਤੋਂ ਹੁੰਦੀ ਹੈ। ਇਹਦੇ ਵਿੱਚ ਵਲਨੇਬਿਲਿਟੀ ਬਹੁਤ ਹੁੰਦੀ ਹੈ, ਮੀਨਸ ਸਮ ਟਾਈਮ ਸਾਡੇ ਕੋਲ ਪ੍ਰੋਡਕਸ਼ਨ ਹੈ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈ, ਸਮ ਟਾਈਮ ਸਾਡੇ ਕੋਲ ਨਹੀਂ ਹੁੰਦੀ। ਵਾਟਰ ਬੋਡੀਜ਼ ਹੈ ਜਿਹੜੀਆਂ ਉਹਨਾਂ ਨੂੰ ਅਸੀਂ ਫਿਸ਼ਿੰਗ ਕਮਿਊਨਿਟੀਜ਼ ਦੇ ਲਈ ਮਦਰ ਦਾ ਜਾਂ ਪ੍ਰੋਵਾਈਡਰ ਦਾ ਦਰਜਾ ਦਿੰਦੇ ਹੈਗੇ। ਵੂਮੈਨ ਆ ਜਿਹੜੀਆਂ ਡਾਇਰੈਕਟਲੀ ਇਹਦੇ ਵਿੱਚ ਇੰਗੇਜਡ ਨਹੀਂ ਹੁੰਦੀਆਂ, ਬਟ ਅਗਰ ਅਸੀਂ ਫਿਸ਼ ਮਾਰਕੀਟਸ ਦੇ ਵਿੱਚ ਦੇਖਦੇ ਹਾਂਗੇ ਬਿਕੋਜ਼ ਜਿਹੜੇ ਫਿਸ਼ਰਮੈਨ ਹੁੰਦੇ ਆ ਜ਼ਿਆਦਾਤਰ ਮੈਨ ਆ ਜਿਹੜੇ ਮੈਨ ਮੀਨਸ ਉਹੀ ਇਹਦੇ ਵਿੱਚ ਇੰਗੇਜ ਹੁੰਦੇ ਹੈਗੇ ਫਿਸ਼ਿੰਗ ਦੇ ਵਿੱਚ, ਔਰ ਫੀਮੇਲ ਹੈ ਜਿਹੜੀਆਂ ਉਹ ਮਾਰਕੀਟਿੰਗ ਦੇ ਵਿੱਚ ਆਪਣੇ ਆਪ ਨੂੰ ਇੰਡਲਜ ਕਰਦੀਆਂ ਹੈਗੀਆਂ। ਮਾਰਕੀਟਿੰਗ ਦਾ ਜਿਹੜਾ ਮੇਜਰ ਪਾਰਟ ਹੈ ਦੈਟ ਇਜ਼ ਡਨ ਬਾਏ ਦਾ ਵੂਮੈਨ। ਫਿਸ਼ਿੰਗ ਕਮਿਊਨਿਟੀਜ਼ ਆ ਜਿਹੜੀਆਂ ਸਾਡੇ ਕੋਲ ਬੈਕਵਰਡ ਕਮਿਊਨਿਟੀਜ਼ ਦੇ ਵਿੱਚ ਅਸੀਂ ਇਹਨਾਂ ਨੂੰ ਕੰਸੀਡਰ ਕਰਦੇ ਹਾਂ ਬਿਕੋਜ਼ ਉਹਨਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਹੈਗੀਆਂ ਜਿਹੜੀਆਂ ਉਹ ਬੀਅਰ ਕਰਨੀਆਂ ਪੈਂਦੀਆਂ। ਸਭ ਤੋਂ ਜ਼ਿਆਦਾ ਉਹਨਾਂ ਨੂੰ ਅਨਇੰਪਲੋਇਮੈਂਟ, ਲੋ ਪਰ ਕੈਪੀਟਾ ਇਨਕਮ, ਮੋਬਿਲਿਟੀ ਨਹੀਂ ਹੈ ਬਿਕੋਜ਼ ਕਿਸੇ ਹੋਰ ਏਰੀਆ ਦੇ ਵਿੱਚ ਉਹ ਮੂਵ ਨਹੀਂ ਕਰ ਸਕਦੇ, ਐਂਡ ਹਾਈ ਰੇਟ ਆਫ ਇਲਿਟਰੇਸੀ। ਜਿੱਥੇ ਇਲਿਟਰੇਸੀ ਆ ਜਾਂਦੀ ਹੈ ਉੱਥੇ ਉਹਨਾਂ ਦੀ ਬੈਕਵਰਡਨੈਸ ਸ਼ੋ ਕਰਦੀ ਹੈ ਬਿਕੋਜ਼ ਇਲਿਟਰੇਸੀ ਮੀਨਸ ਲੈਸ ਇਨਕਮ, less income shows low per capita income, and this is the sign of the poverty. ਫਿਸ਼ਿੰਗ ਕਮਿਊਨਿਟੀਜ਼ ਨੂੰ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀ ਫੇਸ ਕਰਨੀਆਂ ਪੈਂਦੀਆਂ ਲਾਈਕ ਓਵਰ ਫਿਸ਼ਿੰਗ ਐਂਡ ਵਾਟਰ ਪੋਲਿਊਸ਼ਨ। ਐਂਡ ਸਭ ਤੋਂ ਜ਼ਿਆਦਾ ਇਹਨਾਂ ਕੋਲ ਅੱਜ ਜੋ ਇਸ ਟਾਈਮ ਦੇ ਉੱਤੇ ਬਿਕੋਜ਼ ਦਿਸ ਇਜ਼ ਵਲਨਰੇਬਲ ਓਕੂਪੇਸ਼ਨ, ਤਾਂ ਇੰਡੈਟਡਨੈਸ ਆ ਜਿਹੜੀ ਉਹ ਮੇਨ ਰੀਜ਼ਨ ਆ ਜਾਂਦਾ ਹੈ। ਇਹਨਾਂ ਨੂੰ ਕ੍ਰੈਡਿਟ ਕਿਸ ਚੀਜ਼ ਦੇ ਲਈ ਚਾਹੀਦਾ ਹੈ ਬਿਕੋਜ਼ ਆਪਣੇ ਆਪ ਨੂੰ ਇਹਨਾਂ ਨੇ ਡੈਟ ਟਰੈਪ ਦੇ ਵਿੱਚੋਂ ਆਪਣੇ ਆਪ ਨੂੰ ਬਾਹਰ ਕਰਨਾ ਬਿਕੋਜ਼ ਵਿਸ਼ੀਅਸ ਸਰਕਲ ਜਿਹੜਾ ਪਾਵਰਟੀ ਦਾ ਜਾਂ ਇੰਡੈਟਡਨੈਸ ਦਾ ਹੈ ਉਹਨੂੰ ਮੂਵ ਕਰਨ ਦੇ ਲਈ ਸਾਨੂੰ ਕ੍ਰੈਡਿਟ ਫੈਸਿਲਿਟੀਜ਼ ਦੀ ਜ਼ਰੂਰਤ ਹੈ। ਐਂਡ ਮਾਈਕਰੋ ਫਾਈਨੈਂਸਿੰਗ ਥਰੂ SHGs ਜ਼ਿਆਦਾ ਵਧੀਆ ਪ੍ਰੋਬਲਮ ਨੂੰ ਉਹ ਕਰ ਸਕਦੇ, ਐਡਰੈਸ ਕਰ ਸਕਦੇ ਹੈਗੇ। ਐਂਡ ਫਿਸ਼ਰੀ ਟੈਕਨੋਲੋਜੀ ਹੈ ਜਿਹੜੀ ਉਹਨੂੰ ਅਪਗ੍ਰੇਡ ਕੀਤਾ ਜਾਣਾ ਚਾਹੀਦਾ ਹੈ। ਨੈਕਸਟ ਵੀ ਆਰ ਹੈਵਿੰਗ ਹਾਰਟੀਕਲਚਰ। ਹਾਰਟੀਕਲਚਰ ਸਾਡੇ ਕੋਲ ਅਦਰ ਸੋਰਸ ਆ ਜਾਂਦਾ ਹੈ ਲਾਈਕ ਸਾਡੇ ਕੋਲ ਕ੍ਰੌਪ ਡਾਈਵਰਸੀਫਿਕੇਸ਼ਨ ਹੁੰਦੀ ਹੈ, ਸਾਡੇ ਕੋਲ ਡਿਫਰੈਂਟ ਕ੍ਰੌਪ ਫਾਰਮਿੰਗਸ ਅਸੀਂ ਕਰਦੇ ਹੈਗੇ। ਹਾਰਟੀਕਲਚਰ ਦੇ ਵਿੱਚ ਅਸੀਂ ਕ੍ਰੌਪਸ ਜਿਹੜੀਆਂ ਵੈਜੀਟੇਬਲ, ਫਰੂਟਸ, ਫਲਾਵਰਸ, ਈਵਨ ਦੋ ਹਨੀ ਨੂੰ ਵੀ ਅਸੀਂ ਇਹਦੇ ਵਿੱਚ ਇਨਕਲੂਡ ਕਰ ਲਏ। Presently, India is the second largest producer of the fruits and vegetables. ਲੀਡਿੰਗ ਪ੍ਰੋਡਿਊਸਰ ਅਸੀਂ ਮੈਂਗੋਜ਼, ਬਨਾਨਾਸ, ਕੋਕੋਨਟ, ਕੈਸ਼ੂ ਨਟਸ ਅਤੇ ਹੋਰ ਬਹੁਤ ਸਾਰੀਆਂ ਸਪਾਈਸਿਸ ਆ ਜਿਹੜੀਆਂ ਅਸੀਂ ਇਹਦੇ ਵਿੱਚ ਉਹ ਕਰਦੇ ਹਾਂ। 1991 ਤੋਂ 2012 ਤੱਕ ਅਸੀਂ ਗੋਲਡਨ ਰੈਵੋਲਿਊਸ਼ਨ ਹਾਰਟੀਕਲਚਰ ਦੇ ਵਿੱਚ ਅਡਾਪਟ ਕੀਤੀ। ਰੈਵੋਲਿਊਸ਼ਨਰੀ ਇਹਦੇ ਵਿੱਚ ਚੇਂਜਿਸ ਇਹਦੇ ਵਿੱਚ ਵੀ ਆਈਆਂ। that revolution which is under the horticulture that is known as a golden revolution because ਸਾਡੀ ਪ੍ਰੋਡਕਟਿਵਿਟੀ ਹੈ ਜਿਹੜੀ in the year 1991 ਤੋਂ 2012 ਤੱਕ ਇਨਕਰੀਜ਼ ਹੋਈ ਹੈ। there is a difference between the golden revolution and green revolution. golden revolution ਅਗਰ ਅਸੀਂ ਦੇਖਦੇ ਹੈਗੇ green revolution means ਸਾਡੇ ਕੋਲੇ ਚੇਂਜ ਹੈ crop productivity due to HYV ਟੈਕਨੋਲੋਜੀ, ਕੈਮੀਕਲ ਫਰਟੀਲਾਈਜ਼ਰਸ, ਇਨਸੈਕਟੀਸਾਈਡ, ਪੈਸਟੀਸਾਈਡਸ ਦੇ ਕਰਕੇ। ਬਟ ਗੋਲਡਨ ਰਿਵੋਲਿਊਸ਼ਨ ਸਾਡੇ ਕੋਲ ਦਿਸ ਇਜ਼ ਬਿਕੋਜ਼ ਆਫ ਦਾ ਰਿਸਰਚ ਐਂਡ ਡਿਵੈਲਪਮੈਂਟ ਟੈਕਨੋਲੋਜੀ ਦੇ ਵਿੱਚ ਸਾਡੇ ਕੋਲ ਚੇਂਜ ਆਈ ਹੈਗੀ, ਤਾਂ ਉਹਦੇ ਕਰਕੇ ਸਾਡੀ ਕ੍ਰੌਪਸ ਜਿਹੜੀਆਂ ਲਾਈਕ ਵੈਜੀਟੇਬਲਸ, ਫਰੂਟਸ ਐਂਡ ਹਨੀ ਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਇਨਕਰੀਜ਼ ਹੋਈ ਹੈ। ਫਾਦਰ ਆਫ ਗੋਲਡਨ ਰਿਵੋਲਿਊਸ਼ਨ ਵੀ ਕੈਨ ਸੇ ਇਟਸ ਅ ਨਿਰਪੇਖ ਟੁਟੇਜ਼। He is known as the father of golden revolution because ਉਹਨਾਂ ਦੀ ਕੰਟਰੀਬਿਊਸ਼ਨ ਹੈ ਜਿਹੜੀ
It was largest contribution by the Nirpekh Studies, and this is done in the year 1991 to 2003 ਤੱਕ ਇਹਨਾਂ ਨੇ ਕੀਤਾ ਹੈ।